ਜੀ ਆਇਆਂ ਨੂੰ ਖੁਸ਼ਾਮਦੀਦ। ਪਸ਼ੂ ਪਾਲਕਾਂ ਦੇ ਕਿਸਾਨ ਵੀਰਾਂ ਦੇ ਸਵਾਲਾਂ ਨਾਲ ਜੁੜਿਆ, ਉਸ ਦੇ ਹੱਲ ਲੱਭਣ ਦੀ ਫਿਰਾਕ ਵਿੱਚ ਲੱਗਿਆ ਪੀਟੀਸੀ ਨਿਊਜ਼ ਦਾ ਖਾਸ ਉਪਰਾਲਾ ਅਸੀਸ ਡੇਅਰੀ ਫਾਰਮ ਹੈਲਪਲਾਈਨ ਪਾਵਰਡ ਬਾय KSA ਸਟ੍ਰॉ ਰੀਪਰ, ਅ ਪ੍ਰੋਡਕਟ ਆਫ KS ਗਰੁੱਪ ਮਲੇਰਕੋਟਲਾ ਲੈ ਹਾਜ਼ਰ ਹਾਂ ਮੈਂ। ਤੇ ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਜੋ ਕਿ ਹੈ 8699037369, ਇਸ ਉੱਤੇ ਤੁਸੀਂ ਮਿਸਡ ਕਾਲ ਕਰਦੇ ਹੋ ਜਾਂ WhatsApp ਕਰਦੇ ਹੋ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰਦੀ ਹੈ ਅਤੇ ਡੇਅਰੀ ਫਾਰਮਿੰਗ ਨਾਲ ਜੁੜੇ ਤੁਹਾਡੇ ਸਵਾਲ ਜਾਣਦੀ ਹੈ। ਤੇ ਅੱਜ ਦਾ ਵਿਸ਼ਾ ਹੈ ਵੱਧ ਤੋਂ ਵੱਧ ਦੁੱਧ ਲੈਣਾ ਇੱਕ ਚੁਣੌਤੀ, ਜਿਸ ਬਾਰੇ ਗੱਲ ਕਰਨ ਲਈ ਸਾਡੇ ਨਾਲ ਅਸੀਸ ਤੋਂ ਮਾਹਿਰ ਨੇ ਡਾਕਟਰ ਸੁਮਿਤ ਸਿੰਘ। ਡਾਕਟਰ ਸਾਹਿਬ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ। ਡਾਕਟਰ ਸਾਹਿਬ, ਪਹਿਲਾ ਸਵਾਲ ਤੇ ਤੁਹਾਡੇ ਕੋਲ ਇਹੀ ਪੁੱਛਣਾ ਚਾਹਾਂਗਾ ਕਿ ਹਰ ਪਸ਼ੂ ਪਾਲਕ ਚਾਹੁੰਦਾ ਹੈ ਕਿ ਉਹਦਾ ਪਸ਼ੂ ਜਿਹੜਾ ਉਹ ਤੰਦਰੁਸਤ ਰਹੇ ਤੇ ਦੁੱਧ ਦੀ ਪੈਦਾਵਾਰ ਵੀ ਵੱਧ ਤੋਂ ਵੱਧ ਹੋਏ। ਉਹ ਉਸ ਦਾ ਧਿਆਨ ਵੀ ਪੂਰਾ ਰੱਖਦਾ ਹੈ, ਖਾਣ ਪੀਣ ਨੂੰ ਵੀ ਦਿੰਦਾ ਹੈ, ਸਿਹਤ ਦਾ ਵੀ ਧਿਆਨ ਰੱਖਦਾ ਹੈ, ਪਰ ਫਿਰ ਵੀ ਦੁੱਧ ਦੀ ਜਿਹੜੀ ਪੈਦਾਵਾਰ ਹੈ ਉਹ ਵੱਧਦੀ ਨਹੀਂ। ਇਸ ਦਾ ਕੀ ਕਾਰਨ ਹੋ ਸਕਦਾ? ਹਾਂਜੀ ਨਿਖਿਲ ਜੀ, ਬਹੁਤ ਵਧੀਆ ਸਵਾਲ ਹੈ ਤੁਹਾਡਾ। ਅਗਰ ਅਸੀਂ ਡੇਅਰੀ ਫਾਰਮਿੰਗ ਦੀ ਗੱਲ ਕਰੀਏ ਤੇ ਦੋ ਚੀਜ਼ਾਂ ਤੇ ਟਿਕੀ ਹੈ ਜੀ। ਇੱਕ ਤਾਂ ਦੁੱਧ ਉਤਪਾਦਨ, ਦੂਸਰਾ ਹਰ ਸਾਲ ਇੱਕ ਸੂਆ। ਅਗਰ ਇਹ ਦੋਹੇ ਗੱਲਾਂ ਆਪਣੇ ਫਾਰਮ ਤੇ ਹੋ ਰਹੀਆਂ, ਡੇਅਰੀ ਫਾਰਮ ਤੇ ਹੋ ਰਹੀਆਂ, ਤੇ ਆਪਣਾ ਫਾਰਮ ਕਦੇ ਵੀ ਨੁਕਸਾਨ 'ਚ ਨਹੀਂ ਜਾਊਗਾ ਤੇ ਹਮੇਸ਼ਾ ਆਪਾਂ ਨੂੰ ਮੁਨਾਫਾ ਹੀ ਹੋਊਗਾ। ਵੱਧ ਤੋਂ ਵੱਧ ਦੁੱਧ ਲੈਣ ਦੀ ਗੱਲ ਕਰੀਏ ਤੇ ਉਹਦੇ ਲਈ ਕੁਝ ਚੀਜ਼ਾਂ ਦਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੈ, ਜਿਸ 'ਚ ਸਭ ਤੋਂ ਪਹਿਲੀ ਤਾਂ ਮਹੱਤਵਪੂਰਨ ਚੀਜ਼ ਹੈ ਬਰੀਡ, ਨਸਲ, ਕਿ ਆਪਣੀ ਸਾਡੇ ਘਰ ਦੀ ਨਸਲ ਹੋਣੀ ਬਹੁਤ ਜ਼ਰੂਰੀ ਹੈ ਤੇ ਉਹਦਾ ਪੂਰਾ ਬਰੀਡਿੰਗ ਰਿਕਾਰਡ ਜਿਹੜਾ ਮੇਨਟੇਨ ਕਰਨਾ ਬਹੁਤ ਹੀ ਜ਼ਰੂਰੀ ਹੈ। ਲਾਰਜ ਫਾਰਮਰ ਦੀ ਗੱਲ ਕਰੀਏ, ਜਿਹੜੇ ਆਪਣੇ ਵੱਡੇ ਪ੍ਰੋਗਰੈਸਿਵ ਫਾਰਮਰ ਨੇ, ਤੇ ਉਹਨਾਂ ਕੋਲ ਤੋਂ ਦੇਖੀਏ ਤਾਂ ਪੂਰਾ ਬਰੀਡਿੰਗ ਰਿਕਾਰਡ ਜਿਹੜਾ ਮੇਨਟੇਨ ਹੁੰਦਾ। ਪਰ ਅਗਰ ਆਪਾਂ ਆਪਣੇ ਛੋਟੇ ਫਾਰਮਰ ਜਾਂ ਸਮਾਲ ਫਾਰਮਰ ਦੀ ਗੱਲ ਕਰੀਏ ਤਾਂ ਉਹ ਇਸ ਚੀਜ਼ ਨੂੰ ਧਿਆਨ ਨਹੀਂ ਦਿੰਦੇ ਤੇ ਬਰੀਡਿੰਗ ਰਿਕਾਰਡ ਮੇਨਟੇਨ ਨਹੀਂ ਕਰਦੇ। ਇਸ ਕਰਕੇ ਸਾਨੂੰ ਆਪਣੇ ਪਸ਼ੂਆਂ ਦੀ ਬਰੀਡਿੰਗ ਜਿਹੜੀ ਹੈ ਉਹ ਪ੍ਰੋਪਰ ਤਰੀਕੇ ਨਾਲ ਦੇਖਣੀ ਚਾਹੀਦੀ ਤੇ ਉਹਦਾ ਰਿਕਾਰਡ ਵੀ ਜਿਹੜਾ ਮੇਨਟੇਨ ਕਰਨਾ ਚਾਹੀਦਾ। ਦੂਸਰੀ ਚੀਜ਼ ਜਿਹੜੀ ਹੈ ਉਹ ਹੈ ਡਰਾਈ ਤੇ ਟ੍ਰਾਂਜੀਸ਼ਨ ਪੀਰੀਅਡ। ਘੱਟੋ ਘੱਟ 60 ਦਿਨ ਦਾ ਜਿਹੜਾ ਡਰਾਈ ਪੀਰੀਅਡ ਹੋਣਾ ਬਹੁਤ ਹੀ ਜ਼ਿਆਦਾ ਮਹੱਤਵਪੂਰਨ ਹੈ। ਉਸ ਦੌਰਾਨ ਇੱਕ ਬੈਲੈਂਸ TMR ਜਾਏ, ਨਾ ਹੀ ਆਪਾਂ ਪਸ਼ੂ ਨੂੰ ਵੱਧ ਰਾਸ਼ਨ ਪਾਈਏ ਨਾ ਹੀ ਘੱਟ, ਦੋਵੇਂ ਹੀ ਪਾਸੇ ਆਪਾਂ ਨੂੰ ਨੁਕਸਾਨ ਹੋਊਗਾ। ਤੀਸਰੀ ਚੀਜ਼ ਸੂਆ ਲੈਣ ਦਾ ਸਮਾਂ। ਜਿਵੇਂ ਅੱਜ ਕੱਲ੍ਹ ਆਪਾਂ ਦੇਖਦੇ ਹਾਂ ਕਿ ਆਪਣੇ ਕਿਸਾਨ ਭਰਾਵਾਂ ਕੋਲ ਅਮੂਮਨ HF ਜਾਂ ਜਰਸੀ ਨਸਲ ਦੀਆਂ ਗਾਵਾਂ ਹੈ, ਜਿਹੜੀਆਂ ਕਿ ਬਾਹਰ ਦੀ ਗਾਵਾਂ ਹੈ, ਅਤੇ ਉਹ ਗਾਵਾਂ ਲਈ ਆਪਣਾ ਜਿਹੜਾ ਗਰਮੀ ਦਾ ਮੌਸਮ ਹੈ ਉਹ ਅਨੁਕੂਲ ਨਹੀਂ ਹੈ ਅਤੇ ਉਸ ਦੌਰਾਨ ਆਪਾਂ ਉਹਨਾਂ ਤੋਂ ਪੂਰਾ ਦੁੱਧ ਨਹੀਂ ਲੈ ਸਕਦੇ। ਇਸ ਕਰਕੇ ਆਪਾਂ ਕੋਸ਼ਿਸ਼ ਕਰੀਏ ਕਿ ਉਹਨਾਂ ਦਾ ਜਿਹੜਾ ਸੂਆ ਹੈ ਉਹ ਆਪਾਂ ਸਰਦ ਮੌਸਮ 'ਚ ਲਈਏ, ਜਿਹੜਾ ਕਿ ਅਕਤੂਬਰ ਤੋਂ ਸਟਾਰਟ ਹੋ ਕੇ ਫਰਵਰੀ ਜਾਂ ਮਾਰਚ ਤੱਕ ਆਪਾਂ ਉਹਨਾਂ ਤੋਂ ਸੂਆ ਲਈਏ, ਤਾਂ ਕਿ ਉਹਨਾਂ ਤੋਂ ਆਪਾਂ ਵੱਧ ਤੋਂ ਵੱਧ ਦੁੱਧ ਜਿਹੜਾ ਲੈ ਸਕੀਏ। ਅਤੇ ਚੌਥੀ ਚੀਜ਼ ਹੈ ਉਹ ਹੈ TMR ਬੈਲੈਂਸਿੰਗ। ਉਹਨਾਂ ਨੂੰ ਉਹਨਾਂ ਦੀ ਰਿਕੁਆਇਰਮੈਂਟ, ਉਹਨਾਂ ਦੀ ਜ਼ਰੂਰਤ ਦੇ ਅਨੁਸਾਰ ਆਪਾਂ ਰਾਸ਼ਨ ਦਈਏ, ਤਾਂ ਕਿ ਉਹ ਆਪਣਾ ਦੁੱਧ ਦਾ ਜਿਹੜਾ ਪੀਕ ਹੈ ਉਹ ਲੰਬੇ ਸਮੇਂ ਤੱਕ ਮੇਨਟੇਨ ਕਰ ਸਕਣ। ਪਰ ਇੱਥੇ ਡਾਕਟਰ ਸਾਹਿਬ ਇਹ ਵੀ ਸਵਾਲ ਜਿਹੜਾ ਹੈ ਉਹ ਸਾਹਮਣੇ ਆਉਂਦਾ ਹੈ ਕਿ ਹਰ ਪਸ਼ੂ ਪਾਲਕ ਇਹ ਚਾਹੁੰਦਾ ਹੈ ਕਿ ਸੂਣ ਤੋਂ ਬਾਅਦ ਜਿਹੜਾ ਪਸ਼ੂ ਹੈ ਉਹ ਦੁੱਧ ਵੱਧ ਤੋਂ ਵੱਧ ਦੁੱਧ ਦੇਣ ਦੀ ਸਮਰੱਥਾ ਦੇ ਵਿੱਚ ਤੇਜ਼ੀ ਨਾਲ ਆ ਜਾਏ। ਅਮੂਮਨ ਵੇਖਿਆ ਜਾਂਦਾ 15 ਤੋਂ 20 ਦਿਨਾਂ ਦੇ ਵਿੱਚ। ਪਰ ਤੁਹਾਡੇ ਹਿਸਾਬ ਨਾਲ ਪਸ਼ੂ ਨੂੰ ਕਦੋਂ ਆਪਣੇ ਪੀਕ 'ਤੇ ਆਉਣਾ ਚਾਹੀਦਾ ਤੇ ਇਸ ਦੇ ਕੋਈ ਫਾਇਦੇ ਜਾਂ ਨੁਕਸਾਨ ਵੀ ਨੇ? ਹਾਂਜੀ, ਅਮੂਮਨ ਆਪਾਂ ਦੇਖਦੇ ਹਾਂ ਕਿ ਆਪਣੇ ਕਿਸਾਨ ਭਰਾ ਸੋਚਦੇ ਹਾਂ ਕਿ ਜਲਦ ਤੋਂ ਜਲਦ, ਜਿਹੜੇ ਕਿ 15 ਤੋਂ 20 ਦਿਨ ਦੇ ਵਿੱਚ ਜਿਹੜਾ ਹੈ ਆਪਣਾ ਪਸ਼ੂ ਪੀਕ 'ਤੇ ਆ ਜਾਵੇ, ਪਰ ਇਹ ਲੰਬੇ ਸਮੇਂ ਲਈ ਪਸ਼ੂ ਲਈ ਸਹੀ ਨਹੀਂ ਹੈ, ਤਾਂ ਆਪਾਂ ਨੂੰ ਨੁਕਸਾਨ ਹੋਊਗਾ। ਜਿਹੜਾ ਸਹੀ ਸਮਾਂ ਹੈ ਪੀਕ 'ਤੇ ਲਿਆਉਣ ਦਾ, ਉਹ ਹੋਣਾ ਚਾਹੀਦਾ 30 ਤੋਂ 35 ਦਿਨ। ਅਗਰ ਆਪਣਾ ਪਸ਼ੂ 15-20 ਦਿਨ 'ਤੇ ਪੀਕ 'ਤੇ ਆ ਰਿਹਾ ਤਾਂ ਉਹਦਾ ਨੁਕਸਾਨ ਇਹ ਹੋਊਗਾ ਕਿ ਆਪਾਂ ਦੇਖਦੇ ਹਾਂ ਕਿ ਸੂਣ ਤੋਂ ਬਾਅਦ ਪਸ਼ੂ ਦਾ ਜਿਹੜਾ ਇਨਟੇਕ ਹੈ, ਰਾਸ਼ਨ ਖਾਣੇ ਦੀ ਸ਼ਮਤਾ ਹੈ, ਉਹ ਪੂਰੀ ਨਹੀਂ ਹੁੰਦੀ, ਕਿਉਂਕਿ ਉਹ 'ਚ ਬਹੁਤ ਸਾਰੀ ਹਾਰਮੋਨਲ ਚੇਂਜਸ ਹੋ ਰਹੀਆਂ ਹੁੰਦੀਆਂ ਅਤੇ ਪਸ਼ੂ ਸਟ੍ਰੈਸ 'ਚ ਹੁੰਦਾ। ਉਹ ਜਿਹੜਾ ਉਸ ਦੌਰਾਨ ਉਹ ਘੱਟ ਖਾਂਦਾ, ਇੱਕ ਨੈਗੇਟਿਵ ਐਨਰਜੀ ਬੈਲੈਂਸ ਜਿਹੜਾ ਉਸ ਪਸ਼ੂ 'ਚ ਬਣਨਾ ਸ਼ੁਰੂ ਹੋ ਜਾਂਦਾ। ਨੈਗੇਟਿਵ ਐਨਰਜੀ ਬੈਲੈਂਸ ਕਿ ਮਤਲਬ ਜਿੰਨੀ ਉਹਨੂੰ ਰਿਕੁਆਇਰਮੈਂਟ ਸੀ ਉਸ ਹਿਸਾਬ ਨਾਲ ਉਹ ਨਹੀਂ ਖਾ ਰਿਹਾ, ਉਹਦੀ ਐਨਰਜੀ ਦੀ ਰਿਕੁਆਇਰਮੈਂਟ ਪੂਰੀ ਨਹੀਂ ਹੋ ਰਹੀ ਅਤੇ ਇੱਕ ਗੈਪ ਬਣ ਜਾਂਦਾ, ਜਿਹੜੀ ਕਿ ਉਹਦੀ ਰਿਕੁਆਇਰਮੈਂਟ ਅਤੇ ਉਹਨੂੰ ਜੋ ਉਹ ਖਾ ਰਿਹਾ। ਉਸ ਕਾਰਨ ਕੀ ਹੁੰਦਾ ਕਿ ਪਸ਼ੂ ਦੁੱਧ ਤਾਂ ਦੇਈ ਜਾਊਗਾ, ਪਰ ਪਸ਼ੂ ਆਪਣਾ ਸਰੀਰ ਖੋਲ੍ਹਣਾ ਸ਼ੁਰੂ ਕਰ ਦੂਗਾ, ਉਹਦਾ BCS ਲੋਸ ਹੋਊਗਾ ਅਤੇ ਪਸ਼ੂ ਉਹਦੇ ਬਾਅਦ ਪਸ਼ੂ ਦੀ ਜਿਹੜੀ ਪ੍ਰੋਬਲਮਸ ਆਉਂਦੀ ਹੈ, ਜਿਵੇਂ ਉਹਦੀ ਇਮਿਊਨ ਸਿਸਟਮ ਜਿਹੜਾ ਵੀਕ ਹੋਊਗਾ, ਨਾਲੇ ਪਸ਼ੂ 'ਚ ਜਿਹੜੇ ਰਿਪੀਟ ਬਰੀਡਿੰਗ ਹੋਣ ਦੇ ਚਾਂਸ ਜਿਹੜੇ ਹੈ ਵੱਧ ਜਾਣਗੇ। ਉਸੇ ਤਰ੍ਹਾਂ ਅਗਰ ਦੂਸਰੇ ਪਾਸੇ ਅਗਰ ਪਸ਼ੂ 30 ਤੋਂ 35 ਦਿਨ 'ਤੇ ਅਗਰ ਪੀਕ 'ਤੇ ਆ ਰਿਹਾ, ਉਸ ਦੌਰਾਨ ਕੀ ਹੋਊਗਾ, ਪਸ਼ੂ ਦਾ ਇਨਟੇਕ ਜਿਹੜਾ ਪ੍ਰੋਪਰ ਹੋ ਜਾਊਗਾ, ਉਹ ਪੂਰਾ ਰਾਸ਼ਨ ਲਊਗਾ ਅਤੇ ਨੈਗੇਟਿਵ ਐਨਰਜੀ 'ਚ ਜਾਣ ਦੇ ਚਾਂਸਸ ਜਿਹੜੇ ਘੱਟ ਹੋਣਗੇ, ਪਸ਼ੂ ਦਾ BCS ਪ੍ਰੋਪਰ ਰਹੂਗਾ ਅਤੇ ਪੀਕ ਜਿਹੜੀ ਉਹ ਲੰਬੇ ਸਮੇਂ ਤੱਕ ਮੇਨਟੇਨ ਰਹੇਗੀ, ਜਿਹੜੀ ਕਿ ਆਪਾਂ ਕਹਿੰਦੇ ਹਾਂ ਕਿ 90 ਤੋਂ 100 ਦਿਨ ਤੱਕ ਰਹੂਗੀ। ਅਤੇ ਨਾਲ
ਜਿਹੜੀ ਹੋਰ ਸਾਰੀਆਂ ਦਿੱਕਤਾਂ ਉਹ ਆਉਣ ਦੇ ਚਾਂਸਸ ਬਹੁਤ ਹੀ ਘਟ ਜਾਣਗੇ। ਅੱਛਾ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਿਸਤਾਰਪੂਰਵਕ ਇਸ ਵਿਸ਼ੇ ਬਾਰੇ ਦੱਸਿਆ, ਪਰ ਮੈਂ ਇੱਥੇ ਇਹ ਜਾਣਨਾ ਚਾਹਾਂਗਾ ਕਿ ਪੀਕ ਨੂੰ ਲਿਆਈਏ ਕਿਵੇਂ ਤੇ ਉਸ ਨੂੰ ਲੰਬੇ ਸਮੇਂ ਲਈ ਜੇ ਮੇਨਟੇਨ ਕਰਨਾ ਉਹ ਕਿਵੇਂ ਕੀਤਾ ਜਾ ਸਕਦਾ? ਬਹੁਤ ਚੰਗਾ ਕੁਐਸਚਨ ਹੈ ਨਿਖਿਲ ਜੀ ਤੁਹਾਡਾ। ਅਮੂਮਨ ਆਪਾਂ ਦੇਖਦੇ ਹਾਂ, ਜਿਵੇਂ ਕਿ ਪਹਿਲੇ ਗੱਲ ਕੀਤੀ ਹੈ ਕਿ ਸ਼ੁਰੂਆਤ ਦੇ ਦਿਨਾਂ ਦੇ ਵਿੱਚ ਪਸ਼ੂ ਦਾ ਜਿਹੜਾ ਪੱਠੇ ਖਾਣ ਦੀ ਸ਼ਮਤਾ ਘੱਟ ਹੁੰਦੀ ਹੈ, ਉਹ ਜਿਹੜਾ ਸਾਈਲੇਜ ਜਾਂ ਕੋਈ ਹੋਰ ਪੱਠਾ ਉਹ ਘੱਟ ਖਾਊਗਾ, ਤੇ ਉਸ ਦੌਰਾਨ ਫਿਰ ਕਿਸਾਨ ਕੀ ਕਰਦਾ ਹੈ ਕਿ ਦਾਣੇ ਦੀ ਮਾਤਰਾ ਜਾਂ ਫੀਡ ਦੀ ਮਾਤਰਾ ਜਿਹੜੀ ਵਧਾਉਣਾ ਸ਼ੁਰੂ ਕਰ ਦਿੰਦਾ ਤਾਂ ਕਿ ਪਸ਼ੂ ਵੱਧ ਖਾਣਾ ਸ਼ੁਰੂ ਕਰੇ। ਉਹ ਉਹਦਾ ਰਿਜ਼ਲਟ ਇਹ ਹੁੰਦਾ ਹੈ ਕਿ ਪਸ਼ੂ ਦੇ ਵਿੱਚ ਐਸੀਡੋਸਿਸ ਬਣਨਾ ਸ਼ੁਰੂ ਹੋ ਜਾਂਦੀ ਹੈ। ਐਸੀਡੋਸਿਸ ਮਤਲਬ ਉਹਦੇ ਢਿੱਡ ਦੇ ਅੰਦਰ ਜਿਹੜਾ ਤੇਜ਼ਾਬੀ ਮਾਦਾ ਹੈ ਉਹ ਵਧਣਾ ਸ਼ੁਰੂ ਹੋ ਜਾਂਦਾ। ਉਹ ਜਿਹੜਾ ਕਈ ਵਾਰੀ ਪਸ਼ੂ ਨੂੰ ਹੋਰ ਨੁਕਸਾਨ ਕਰੂਗਾ ਤੇ ਪਸ਼ੂ ਨੇ ਜਿਹੜਾ ਪੀਕ ਮੇਨਟੇਨ ਕਰਨਾ ਉਹ ਨਹੀਂ ਕਰ ਪਾਊਗਾ। ਉਹਦੇ ਲਈ ਉਸ ਦੌਰਾਨ ਆਪਾਂ ਨੂੰ ਐਸਾ ਪੱਠਾ ਯੂਜ਼ ਕਰਨਾ ਚਾਹੀਦਾ ਜਿਹਦੇ ਵਿੱਚ ਕਿ ਡਾਈਜੈਸਟੇਬਲ ਫਾਈਬਰ ਜਿਹੜਾ ਜ਼ਿਆਦਾ ਹੋਵੇ, ਤਾਂ ਕਿ ਪਸ਼ੂ ਦੀ ਜਿਹੜੀ ਪੱਠੇ ਦੀ ਤੇ ਫੀਡ ਦੀ ਮਾਤਰਾ ਦੀ ਜਿਹੜੀ ਰੇਸ਼ੋ ਹੈ ਉਹ ਆਪਾਂ ਮੇਨਟੇਨ ਕਰ ਸਕੀਏ। ਅਗਰ ਆਪਾਂ ਜ਼ਿਆਦਾ ਦਾਣਾ ਯੂਜ਼ ਕਰਾਂਗੇ, ਪਸ਼ੂ ਐਸੀਡੋਸਿਸ 'ਚ ਜਾਊਗਾ ਤੇ ਉਹ ਸਾਡੇ ਲਈ ਫਾਇਦੇਮੰਦ ਨਹੀਂ ਹੈ, ਤੇ ਆਪਣਾ ਜਿਹੜਾ ਪੀਕ ਹੈ, ਜਿਹੜਾ ਲੰਬੇ ਸਮੇਂ ਆਪਾਂ ਕਹਿੰਦੇ ਹਾਂ ਕਿ 90 ਜਾਂ 100 ਦਿਨ ਤੱਕ ਆਪਾਂ ਜਾਂ 3 ਮਹੀਨੇ ਤੱਕ ਪੀਕ ਲੈਣਾ ਹੈ, ਉਹ ਆਪਾਂ ਨਹੀਂ ਲੈ ਪਾਵਾਂਗੇ। ਡਾਕਟਰ ਸਾਹਿਬ, ਮੈਨੂੰ ਲੱਗਦਾ ਕਿ ਤੁਹਾਡੇ ਜਵਾਬ ਸੁਣਨ ਤੋਂ ਬਾਅਦ ਕਿਸਾਨ ਜਿਹੜੇ ਵੀਰ ਨੇ ਉਹਨਾਂ ਦੇ ਮਨਾਂ ਵਿੱਚ ਵੀ ਬਹੁਤ ਸਾਰੇ ਸਵਾਲ ਉੱਭਰ ਰਹੇ ਹੋਣਗੇ। ਉਹ ਸਵਾਲ ਤੁਹਾਡੇ ਤੱਕ ਪਹੁੰਚਾਵਾਂਗੇ ਬਸ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ ਤੇ ਅੱਜ ਦਾ ਵਿਸ਼ਾ ਹੈ ਵੱਧ ਤੋਂ ਵੱਧ ਦੁੱਧ ਲੈਣਾ ਇੱਕ ਚੁਣੌਤੀ, ਤੇ ਇਸ ਬਾਰੇ ਸਾਡੇ ਨਾਲ ਗੱਲ ਕਰ ਰਹੇ ਨੇ ਅਸੀਸ ਤੋਂ ਮਾਹਿਰ ਡਾਕਟਰ ਸੁਮਿਤ ਸਿੰਘ। ਤੇ ਡਾਕਟਰ ਸਾਹਿਬ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਕਿ ਇਸ ਸੈਗਮੈਂਟ ਦੇ ਵਿੱਚ ਅਸੀਂ ਸਿੱਧਾ ਕਿਸਾਨਾਂ ਨਾਲ ਜੁੜਾਂਗੇ, ਉਹ ਕਾਲ ਦੇ ਜ਼ਰੀਏ ਆਪਣਾ ਸਵਾਲ ਤੁਹਾਡੇ ਤੱਕ ਪਹੁੰਚਾਉਣਗੇ। ਤੇ ਪਹਿਲੇ ਕਿਸਾਨ ਵੀਰ ਸਾਡੇ ਨਾਲ ਜੁੜ ਚੁੱਕੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਹਾਂ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸੋ ਤੇ ਕਿੱਥੋਂ ਬੋਲ ਰਹੇ ਹੋ? ਹਾਂਜੀ, ਮੇਰਾ ਨਾਮ ਕੁਲਜੀਤ ਸਿੰਘ ਹੈ ਜੀ, ਪਿੰਡ ਰੂਪਾਪੱਤੀ, ਜ਼ਿਲ੍ਹਾ ਲੁਧਿਆਣਾ ਤੋਂ ਬੋਲ ਰਿਹਾ ਹਾਂ ਮੈਂ ਜੀ। ਕੁਲਦੀਪ ਜੀ, ਆਪਣਾ ਸਵਾਲ ਪੁੱਛੋ। ਹਾਂਜੀ, ਆਪਣਾ ਸਵਾਲ ਇਹ ਹੈ ਜੀ, ਸੂਣ ਤੋਂ ਬਾਅਦ ਆਪਾਂ ਨੂੰ ਪਸ਼ੂਆਂ ਦੀ ਕਿਹੜੀਆਂ-ਕਿਹੜੀਆਂ ਗੱਲਾਂ ਦਾ ਖਾਸ ਖਿਆਲ ਰੱਖਣਾ ਚਾਹੀਦਾ ਬਈ ਆਪਣਾ ਪਸ਼ੂ ਦੁੱਧ ਵੀ ਪੂਰਾ ਦੇਵੇ ਤੇ ਔਰ ਸੂਣ ਤੋਂ 2 ਮਹੀਨੇ ਦੇ ਅੰਦਰ ਅੰਦਰ ਉਹਦੀ AI ਹੋ ਕੇ ਉਹ ਗੱਭਣ ਛੇਤੀ ਤੋਂ ਛੇਤੀ ਰਹਿ ਜਾਵੇ ਜੀ। ਜਿਵੇਂ ਕਿ ਤੁਸੀਂ ਗੱਲ ਕੀਤੀ ਹੈ ਜੀ ਕਿ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ, ਉਹਦੇ ਵਿੱਚ ਮੈਂ ਗੱਲ ਕਰੂੰਗਾ ਜੀ TMR ਬੈਲੈਂਸਿੰਗ ਦੀ, ਕਿ ਅਗਰ ਤੁਸੀਂ ਆਪਣੇ ਪਸ਼ੂ ਨੂੰ ਜੋ ਰਾਸ਼ਨ ਪਾ ਰਹੇ ਹੋ, ਅਗਰ ਉਹ ਬੈਲੈਂਸ ਕਰਕੇ ਪਾ ਰਹੇ ਹੋ ਤੇ ਤੁਹਾਡਾ ਪਸ਼ੂ ਜਿਹੜਾ ਲੰਬੇ ਸਮੇਂ ਤੱਕ ਦੁੱਧ ਵੀ ਦੇਊਗਾ ਤੇ ਸਮੇਂ ਤੇ ਗੱਭਣ ਵੀ ਰਹਿ ਜਾਊਗਾ। ਅੱਜ ਦੀ ਗੱਲ ਕਰੀਏ ਤੇ ਆਪਣੇ ਕਿਸਾਨ ਭਰਾ ਕੁਝ ਗੱਲਾਂ ਦਾ ਧਿਆਨ ਤਾਂ ਰੱਖ ਰਹੇ ਹਨ, ਜਿਹਦੇ ਵਿੱਚ ਕਿ ਡਰਾਈ ਮੈਟਰ ਜਿਹੜਾ ਕਿ ਸੁੱਕਾ ਮਾਦਾ ਕਿੰਨਾ ਪਸ਼ੂ ਨੂੰ ਚਾਹੀਦਾ ਉਹ ਕੈਲਕੂਲੇਟ ਕਰ ਰਹੇ ਹੈ, ਪ੍ਰੋਟੀਨ ਦੀ ਮਾਤਰਾ ਕਿੰਨੀ ਚਾਹੀਦੀ ਹੈ ਉਹ ਵੀ ਕੈਲਕੂਲੇਟ ਕਰ ਰਹੇ ਆ, ਤੇ એનર્ਜੀ ਦੀ ਰਿਕੁਆਇਰਮੈਂਟ ਕਿੰਨੀ ਚਾਹੀਦੀ ਹੈ ਉਹ ਵੀ ਦੇਖ ਰਹੇ ਆ। ਪਰ ਇਸ ਤੋਂ ਇਲਾਵਾ ਵੀ ਬਹੁਤ ਸਾਰੇ ਪੈਰਾਮੀਟਰ ਤੇ ਨਿਊਟ੍ਰੀਐਂਟਸ ਜਿਹੜੇ ਆ ਆਪਾਂ ਨੂੰ ਦੇਖਣੇ ਪੈਣੇ ਆ, ਜਿਹੜੇ ਕਿ ਪਸ਼ੂ ਲਈ ਬਹੁਤ ਹੀ ਜ਼ਰੂਰੀ ਹੈ। ਜਿਹਦੇ ਵਿੱਚ ਤੇ ਕਿ ਮੈਂ ਗੱਲ ਕਰੂੰਗਾ RDP RUP ਬੈਲੈਂਸ ਦੀ, ਕਿ ਪਸ਼ੂ ਦੇ ਅੰਦਰ ਦੇ ਰਾਸ਼ਨ ਦੇ ਵਿੱਚ ਤੁਸੀਂ ਜਿਹੜਾ ਪ੍ਰੋਟੀਨ ਦੇ ਰਹੇ ਹੋ ਉਹਦੇ ਵਿੱਚ RDP ਤੇ RUP ਦੀ ਬੈਲੈਂਸਿੰਗ ਹੋਣਾ ਬਹੁਤ ਜ਼ਰੂਰੀ ਹੈ। ਕਈ ਵਾਰੀ ਜਦੋਂ ਐਕਸੈਸ RDP ਜਿਹੜਾ ਪਸ਼ੂ ਖਾ ਲੈਂਦਾ ਹੈ ਉਹਦੇ ਕਰਕੇ ਪਸ਼ੂ ਦੇ ਵਿੱਚ ਡਾਇਰੀਆ ਆਉਣ ਦੀ ਜਿਹੜੀ ਸ਼ਿਕਾਇਤ ਹੈ ਆਉਣਾ ਸ਼ੁਰੂ ਹੋ ਜਾਂਦੀ ਹੈ। ਦੂਸਰੀ ਗੱਲ ਮੈਂ ਕਰੂੰਗਾ ਜਿਹੜੀ ਹੈ ਕਿ ਡਾਈਜੈਸਟੇਬਲ ਫਾਈਬਰ, ਕਿ ਪਸ਼ੂ ਨੂੰ ਇੱਕ ਚੰਗਾ ਡਾਈਜੈਸਟੇਬਲ ਫਾਈਬਰ ਦਿਓ ਤਾਂ ਕਿ ਪਸ਼ੂ ਦੀ ਜਿਹੜੀ એનર્ਜੀ ਹੈ ਉਹ ਦੁੱਧ ਉਤਪਾਦਨ 'ਚ ਯੂਜ਼ ਹੋਵੇ, ਨਾ ਕਿ ਉਸ ਫਾਈਬਰ ਨੂੰ ਡਾਈਜੈਸਟ ਕਰਨ ਲਈ ਯੂਜ਼ ਹੋਵੇ। ਤੀਸਰੀ ਚੀਜ਼, ਉਹਦੇ ਰਾਸ਼ਨ ਦੇ ਵਿੱਚ ਸਟਾਰਚ ਦੀ ਮਾਤਰਾ ਜਿਹੜੀ ਕਿ ਪਸ਼ੂ ਨੂੰ એનર્ਜੀ ਦਿੰਦੀ ਹੈ। ਚੌਥੀ ਚੀਜ਼ ਕਿ ਉਹਦੇ TMR ਦੇ ਵਿੱਚ ਆਪਾਂ ਜਿਹੜਾ ਪਸ਼ੂ ਹੈ ਉਹਨੂੰ ਕਿੰਨੀ ਫੈਟ ਦੇ ਰਹੇ ਹਾਂ। ਪੰਜਵੀਂ ਚੀਜ਼ ਸੋਲਿਊਬਲ CP ਦੀ ਮਾਤਰਾ, ਤੇ ਐਂਡ ਦੇ ਵਿੱਚ ਮੈਂ ਗੱਲ ਕਰੂੰਗਾ ਕਿ ਪਸ਼ੂ ਦੀ ਆਪਾਂ ਪਸ਼ੂ ਦੀ ਮਿਨਰਲਸ ਤੇ ਵਿਟਾਮਿਨਸ ਦੀ ਰਿਕੁਆਇਰਮੈਂਟ ਆਪਾਂ ਜਿਹੜੀ ਪੂਰੀ ਕਰ ਪਾ ਰਹੇ ਹਾਂ ਕਿ ਨਹੀਂ ਪਾ ਰਹੇ। ਇਹਦੇ ਵਿੱਚ ਕੁਝ ਟਰੇਸ ਮਿਨਰਲਸ ਹੈਗੇ ਜਿਹਦੀ ਕਿ ਪਸ਼ੂ ਦੇ ਰਿਪਰੋਡਕਸ਼ਨ 'ਚ ਇੱਕ ਅਹਿਮ ਰੋਲ ਹੈ, ਜਿਵੇਂ ਕਿ ਕਾਪਰ, ਮੈਂਗਨੀਜ਼, ਜ਼ਿੰਕ ਤੇ ਫਾਸਫੋਰਸ। ਅਗਰ ਇਸੇ ਤਿੰਨਾਂ ਚਾਰਾਂ ਚੀਜ਼ਾਂ 'ਚੋਂ ਕੋਈ ਵੀ ਚੀਜ਼ ਅਗਰ ਪਸ਼ੂ ਨੂੰ ਘੱਟ ਮਿਲ ਰਹੀ ਹੈ ਤਾਂ ਪਸ਼ੂ ਦੇ ਜਿਹੜੇ ਰਿਪੀਟ ਹੋਣ ਦੇ ਚਾਂਸ ਵਧਣਗੇ, ਤਾਂ ਪਸ਼ੂ ਦਾ ਜਿਹੜਾ ਅਗਲਾ ਸੂਆ ਹੈ ਆਪਾਂ ਨੂੰ ਉਹ ਲੇਟ ਮਿਲੂਗਾ। ਕੁਲਦੀਪ ਜੀ, ਮੈਨੂੰ ਉਮੀਦ ਹੈ ਕਿ ਪੂਰੀ ਵਿਸਤਾਰਪੂਰਵਕ ਜਾਣਕਾਰੀ ਮਿਲ ਗਈ ਹੋਏਗੀ। ਤੇ ਡਾਕਟਰ ਸਾਹਿਬ, ਹੁਣ ਅਗਲੇ ਕਾਲਰ ਸਾਡੇ ਨਾਲ ਜੁੜ ਰਹੇ ਨੇ, ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ?
ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਰਮਨਦੀਪ ਸਿੰਘ ਬੋਲਦਾ ਜੀ, ਪਿੰਡ ਨਦਾਣਾ, ਜ਼ਿਲ੍ਹਾ ਸੰਗਰੂਰ ਤੋਂ। ਸਰ ਰਮਨ ਜੀ, ਆਪਣਾ ਸਵਾਲ ਪੁੱਛੋ। ਸਰ ਮੈਂ ਪੁੱਛਣਾ ਸੀਗਾ ਡਾਕਟਰ ਸਾਹਿਬ ਤੋਂ, ਜੋ ਆਪਣਾ 20 ਪਸ਼ੂਆਂ ਨੇ ਜੀ, ਗਾਵਾਂ ਹੈਗੀਆਂ ਨੇ, ਫਾਰਮ ਕੀਤਾ ਹੋਇਆ ਹੈ, ਉਹਨਾਂ ਦਾ ਕੀ ਪ੍ਰਬੰਧ ਕਰੀਏ ਫਾਰਮ ਦਾ ਜੀ? ਉਹਨਾਂ ਤੋਂ ਵੱਧ ਆਪਣਾ ਦੁੱਧ ਲੈ ਸਕੀਏ ਜੀ ਗਾਵਾਂ ਤੋਂ। ਜੀ ਡਾਕਟਰ ਸਾਹਿਬ। ਹਾਂਜੀ, ਬਹੁਤ ਅਹਿਮ ਕੁਐਸਚਨ ਹੈ। ਜਿਹੜੇ ਪ੍ਰਬੰਧਕੀ ਕਾਰਨ ਹੈ ਉਹ ਇੱਕ ਅਹਿਮ ਭੂਮਿਕਾ ਨਿਭਾਉਂਦੇ ਆ ਕਿ ਆਪਾਂ ਪਸ਼ੂ ਤੋਂ ਕਿੰਨਾ ਜ਼ਿਆਦਾ ਦੁੱਧ ਲੈ ਸਕੀਏ। ਉਸ ਤੋਂ ਵੀ ਗਾਂਹ ਵੱਧ ਕੇ ਮੈਂ ਗੱਲ ਕਰੂੰਗਾ ਕਾਊ ਕੰਫਰਟ ਦੀ। ਆਪਾਂ ਨੂੰ ਇਹ ਦੇਖਣਾ ਜ਼ਰੂਰੀ ਹੈ ਕਿ ਕਿਆ ਆਪਣੇ ਪਸ਼ੂ ਨੂੰ ਅਸੀਂ ਇੱਕ ਕੰਫਰਟੇਬਲ ਵਾਤਾਵਰਣ ਦੇ ਪਾ ਰਹੇ ਹਾਂ ਜਿਹਦੇ ਵਿੱਚ ਕਿ ਪਸ਼ੂ ਆਪਣਾ ਜਿਹੜਾ ਨਾਰਮਲ ਬਿਹੇਵੀਅਰ ਜਿਹੜਾ ਉਹ ਸ਼ੋਅ ਕਰ ਸਕੇ। ਅਗਰ ਪੂਰੇ ਦਿਨ ਦੀ ਗੱਲ ਕਰੀਏ, 24 ਘੰਟਿਆਂ ਦੀ ਗੱਲ ਕਰੀਏ, ਤੇ ਪਸ਼ੂ ਦਾ ਇੱਕ ਪੈਟਰਨ ਹੁੰਦਾ, ਫਿਕਸਡ ਪੈਟਰਨ ਹੁੰਦਾ ਜਿਹੜਾ ਕਿ ਪਸ਼ੂ 24 ਘੰਟੇ ਦੇ ਵਿੱਚ ਕਰਦਾ, ਜਿਹਦੇ ਵਿੱਚ ਕਿ 4 ਤੋਂ 6 ਘੰਟੇ ਪਸ਼ੂ ਆਪਦਾ ਟਾਈਮ ਜਿਹੜਾ ਉਹ ਖਾਣ 'ਚ ਬਤੀਤ ਕਰਦਾ, 7 ਤੋਂ 11 ਘੰਟੇ ਉਹ ਜੁਗਾਲੀ ਕਰਦਾ, 12 ਤੋਂ 14 ਘੰਟੇ ਉਹ ਆਪਣੇ ਰੈਸਟ ਕਰਦਾ, ਤੇ 1 ਤੋਂ 2 ਘੰਟੇ ਜਿਹੜੇ ਮਿਲਕਿੰਗ ਦੇ ਵਿੱਚ ਜਿਹੜਾ ਟਾਈਮ ਜਾਂਦਾ। ਤਾਂ ਆਪਾਂ ਨੂੰ ਇਹ ਚੀਜ਼ ਜਿਹੜੀ ਆਪਣੇ ਫਾਰਮ 'ਤੇ ਜਿਹੜੀ ਦੇਖਣੀ ਚਾਹੀਦੀ ਹੈ ਕਿ ਆਪਣੇ ਪਸ਼ੂ ਇਹ ਸਾਰੀ ਜਿਹੜੀ ਕਿਰਿਆਵਾਂ ਹੈ ਉਹ ਸਹੀ ਸਮੇਂ 'ਤੇ ਤਾਂ ਪ੍ਰੋਪਰ ਤਰੀਕੇ ਨਾਲ ਕਰ ਰਹੇ ਹੈ। ਅਗਰ ਉਹ ਪ੍ਰੋਪਰ ਕਰ ਰਹੇ ਹੈ ਤਾਂ ਆਪਾਂ ਆਪਣੇ ਪਸ਼ੂ ਤੋਂ ਵੱਧ ਜਿਹੜਾ ਦੁੱਧ ਹੈ ਲੈ ਸਕਦੇ ਹਾਂ। ਕੁਝ ਪ੍ਰਬੰਧਕੀ ਕਾਰਨਾਂ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਜਿਹੜੀ ਜ਼ਰੂਰੀ ਗੱਲ ਹੈ ਉਹ ਹੈ ਗਰੁੱਪਿੰਗ, ਕਿ ਪਸ਼ੂ ਦੀ ਗਰੁੱਪਿੰਗ ਜਿਹੜੀ ਹੈ ਆਪਾਂ ਉਹਦੇ ਦੁੱਧ ਅਨੁਸਾਰ ਹੀ ਕਰੀਏ ਤਾਂ ਕਿ ਪਸ਼ੂ ਨੂੰ ਜਿਹੜੀ ਪ੍ਰਿਆਪਤ ਮਾਤਰਾ 'ਚ ਨਿਊਟ੍ਰੀਸ਼ਨ ਜਿਹੜਾ ਪਸ਼ੂ ਨੂੰ ਮਿਲ ਸਕੇ। ਗਰੁੱਪਿੰਗ ਦੇ ਵਿੱਚ ਹੀ ਕਿ ਅਗਰ ਆਪਣੇ ਕੋਲ ਪਹਿਲਣ ਬੱਚੀਆਂ ਆ ਰਹੀਆਂ ਹੈ ਜਿਨ੍ਹਾਂ ਦਾ ਪਹਿਲਾ ਸੂਆ ਹੈ ਤਾਂ ਹਮੇਸ਼ਾ ਯਾਦ ਰੱਖੋ ਕਿ ਪਹਿਲਣ ਬੱਚਿਆਂ ਦਾ ਜਿਹੜਾ ਗਰੁੱਪ ਹੈ ਹਮੇਸ਼ਾ ਅਲੱਗ ਰਹੇ, ਕਿਉਂਕਿ ਸਟਾਰਟਿੰਗ ਦੇ ਵਿੱਚ ਉਹਨਾਂ ਦਾ ਜਿਹੜਾ ਇਨਟੇਕ ਹੈ ਉਹ ਘੱਟ ਹੁੰਦਾ ਤੇ ਉਹਨਾਂ ਨੂੰ ਇੱਕ ਅਲੱਗ ਗਰੁੱਪ ਦੇਣਾ ਜਿਹੜਾ ਬਹੁਤ ਜ਼ਰੂਰੀ ਹੈ। ਦੂਸਰੀ ਗੱਲ ਫੀਡਿੰਗ ਸਪੇਸ ਦੀ, ਕਿ ਪਸ਼ੂ ਨੂੰ ਕਿਆ ਪ੍ਰਿਆਪਤ ਮਾਤਰਾ ਦੇ ਵਿੱਚ ਆਪਾਂ ਜਗ੍ਹਾ ਦੇ ਰਹੇ ਹਾਂ ਕਿ ਉਹ ਪਸ਼ੂ ਆਰਾਮਦਾਇਕ ਹੋ ਕੇ ਆਪਣਾ ਰਾਸ਼ਨ ਖਾ ਪਾ ਰਿਹਾ। ਤੀਸਰੀ ਚੀਜ਼ ਹੈ ਲਾਈਟ, ਕਿ ਦਿਨੇ ਤਾਂ ਆਪਾਂ ਪਸ਼ੂ ਨੂੰ ਪ੍ਰਿਆਪਤ ਮਾਤਰਾ 'ਚ ਲਾਈਟ ਜਿਹੜੀ ਹੈ ਸਨਲਾਈਟ ਮਿਲਦੀ ਹੈ, ਸੂਰਜ ਦੀ ਕਿਰਨਾਂ ਆਉਂਦੀ ਹੈ, ਪਰ ਕਿਆ ਰਾਤ ਨੂੰ ਵੀ ਉਹਦੀ ਜਿਹੜੀ ਖੁਰਲੀ 'ਤੇ ਲਾਈਟ ਹੈ? ਕਿ ਅਗਰ ਉਹ ਨਹੀਂ ਹੈ ਤਾਂ ਪਸ਼ੂ ਦਾ ਇਨਟੇਕ ਫਿਰ ਵੀ ਜਿਹੜਾ ਉਹ ਘੱਟ ਹੋਊਗਾ। ਚੌਥੀ ਚੀਜ਼ ਹੈ TMR ਦੀ ਜਿਹੜੀ ਮਿਕਸਿੰਗ। ਕਈ ਵਾਰੀ ਆਪਾਂ ਦੇਖਦੇ ਹਾਂ ਕਿ ਆਪਣੇ ਫਾਰਮਰ ਪੱਠਾ ਅਲੱਗ ਅਤੇ ਫੀਡ ਜਾਂ ਜਿਹੜਾ ਦਾਣਾ ਪਾ ਰਹੇ ਆ ਉਹ ਅਲੱਗ-ਅਲੱਗ ਪਾਉਂਦੇ ਆ, ਜਿਹੜਾ ਕਿ ਠੀਕ ਨਹੀਂ ਹੈ। ਸਾਨੂੰ ਪਸ਼ੂ ਨੂੰ ਇੱਕ ਟੋਟਲ ਮਿਕਸਡ ਰਾਸ਼ਨ ਜਿਹੜਾ ਕਿ ਬੈਲੈਂਸ ਕਰਕੇ ਪਸ਼ੂ ਨੂੰ ਦੇਣਾ ਬਹੁਤ ਜ਼ਰੂਰੀ ਹੈ। ਅਤੇ ਲਾਸਟ ਦੇ ਵਿੱਚ ਵੈਂਟੀਲੇਸ਼ਨ, ਕਿ ਫਾਰਮ ਦੇ ਵਿੱਚ ਜਿਹੜੇ ਹਵਾ ਦਾ ਬਹਾਵ ਹੋਣਾ ਬਹੁਤ ਜ਼ਰੂਰੀ ਹੈ, ਕਿ ਜਿਹੜੀ ਫਰੈਸ਼ ਹਵਾ ਲਗਾਤਾਰ ਫਾਰਮ ਦੇ ਵਿੱਚ ਆਉਂਦੀ ਰਹੇ ਅਤੇ ਜਿਹੜੀ ਗੈਸਾਂ ਵਾਲੀ ਹਵਾ ਹੈ ਉਹ ਬਾਹਰ ਨਿਕਲਦੀ ਰਹੇ ਤਾਂ ਕਿ ਪਸ਼ੂ ਆਪਣਾ ਜਿਹੜਾ ਨਾਰਮਲ ਬਿਹੇਵੀਅਰ ਹੈ ਉਹ ਕੰਫਰਟ ਜ਼ੋਨ 'ਚ ਰਹਿ ਕੇ ਚੰਗਾ ਖਾਵੇ ਅਤੇ ਚੰਗਾ ਦੁੱਧ ਦੇ ਸਕੇ। ਬਿਲਕੁਲ ਡਾਕਟਰ ਸਾਹਿਬ, ਹੁਣ ਅਗਲੇ ਪਸ਼ੂ ਪਾਲਕ ਵੀ ਸਾਡੇ ਨਾਲ ਜੁੜ ਚੁੱਕੇ ਨੇ ਆਪਣੇ ਸਵਾਲ ਦੇ ਨਾਲ। ਉਹਨਾਂ ਦਾ ਸਵਾਲ ਕੀ ਹੈ ਉਹ ਜਾਣਦੇ ਆ। ਹਾਂਜੀ, ਕੀ ਨਾਂ ਹੈ ਜੀ ਤੁਹਾਡਾ, ਕਿੱਥੋਂ ਬੋਲ ਰਹੇ ਹੋ? ਡਾਕਟਰ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਂ ਦੱਸੋ, ਕਿੱਥੋਂ ਬੋਲ ਰਹੇ ਹੋ? ਮੈਂ ਓਂਕਾਰ ਸਿੰਘ, ਮਾਰਕ ਡੈਰੀ ਫਾਰਮ, ਪਿੰਡ ਗੰਡਮਾ, ਤਹਿਸੀਲ ਫਗਵਾੜਾ ਤੋਂ ਬੋਲਦਾ ਜੀ। ਓਂਕਾਰ ਜੀ, ਆਪਣਾ ਸਵਾਲ ਪੁੱਛੋ। ਡਾਕਟਰ ਸਾਹਿਬ ਮੇਰਾ ਸਵਾਲ ਹੈ ਕਿ ਗਾਵਾਂ ਨੂੰ ਸੂਣ ਤੋਂ ਕਿੰਨੇ ਚਿਰ ਬਾਅਦ ਗੱਭਣ ਦਾ ਟੀਕਾ ਲਗਵਾਉਣਾ ਚਾਹੀਦਾ ਹੈ ਤਾਂ ਜੋ ਗੱਭਣ ਵੀ ਰਹਿ ਸਕੇ ਅਤੇ ਗਾਂ ਦੀ ਜਿਹੜੀ ਮਿਲਕ ਪੀਕ ਵੀ ਬਣੀ ਰਹੇ ਜੀ। ਜੀ ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਆਪਾਂ ਆਮ ਤੌਰ 'ਤੇ ਦੇਖਦੇ ਹਾਂ ਕਿ ਸੂਣ ਤੋਂ ਬਾਅਦ ਤਕਰੀਬਨ 21-22 ਦਿਨਾਂ ਬਾਅਦ ਪਸ਼ੂ ਜਿਹੜਾ ਹੀਟ 'ਤੇ ਆਉਣਾ ਸ਼ੁਰੂ ਕਰ ਦਿੰਦਾ, ਪਰ ਉਸ ਦੌਰਾਨ ਜਿਹੜਾ ਆਪਾਂ ਨੂੰ ਉਹਨੂੰ ਮਨਸੂਈ ਗਰਭਦਾਨ ਜਾਂ AI ਨਹੀਂ ਕਰਾਉਣਾ ਚਾਹੀਦਾ। ਉਸ ਦਾ ਕਾਰਨ ਇਹ ਹੈ ਕਿ ਜਦੋਂ ਪਸ਼ੂ ਪ੍ਰੈਗਨੈਂਟ ਹੁੰਦਾ ਉਹਦੇ ਜਿਹੜੇ ਬੱਚੇਦਾਨੀ ਦਾ ਸਾਈਜ਼ ਜਿਹੜਾ ਉਹ ਬੱਚੇ ਦੇ ਸਾਈਜ਼ ਨਾਲ ਵਧਣਾ ਸ਼ੁਰੂ ਹੋ ਜਾਂਦਾ ਅਤੇ ਆਪਾਂ ਦੇਖਦੇ ਹਾਂ ਕਿ 30-40 ਕਿਲੋ ਦਾ ਬੱਚਾ ਜਿਹੜਾ ਹੈ ਉਹਦੇ ਅੰਦਰ ਪਲ ਰਿਹਾ ਤਾਂ ਉਹਦੇ ਬੱਚੇਦਾਨੀ ਦਾ ਸਾਈਜ਼ ਵੀ ਉਸ ਤਰੀਕੇ ਨਾਲ ਵਧਿਆ ਹੁੰਦਾ। ਸੂਣ ਤੋਂ ਬਾਅਦ ਜਿਹੜੀ ਬੱਚੇਦਾਨੀ ਹੈ ਉਹ ਆਪਣੇ ਨਾਰਮਲ ਸਾਈਜ਼ 'ਚ ਆਉਣਾ ਸ਼ੁਰੂ ਹੋ ਜਾਂਦੀ ਹੈ। ਉਹ ਜਿਹੜਾ ਆਪਣਾ ਨਾਰਮਲ ਸਾਈਜ਼ ਹੈ ਉਹਨੂੰ ਘੱਟ ਤੋਂ ਘੱਟ ਵੀ 45 ਤੋਂ 60 ਦਿਨ ਲੱਗਦੇ ਆ ਕਿ ਉਹਦੇ ਬਾਅਦ ਹੀ ਜਿਹੜਾ ਬੱਚੇਦਾਨੀ ਹੈ ਉਹ ਆਪਣੇ ਨਾਰਮਲ ਸਾਈਜ਼ 'ਤੇ ਆਉਂਦੀ ਹੈ ਅਤੇ ਉਹ ਗਾਂ ਬੱਚਾ ਰੱਖਣ 'ਚ ਕਾਮਯਾਬ ਹੋ ਸਕਦੀ ਹੈ। ਇਸ ਕਰਕੇ ਜਿਹੜੀ 21 ਤੋਂ 22 ਦਿਨ ਦੀ ਜਿਹੜੀ ਪਹਿਲੀ ਹੀਟ ਆਉਂਦੀ ਹੈ ਉਹ ਸਾਨੂੰ ਹਮੇਸ਼ਾ ਮਿਸ ਕਰਨੀ ਚਾਹੀਦੀ ਹੈ ਅਤੇ ਜਿਹੜੀ 60 ਦਿਨ ਬਾਅਦ ਅਗਲੀ ਹੀਟ ਆ ਰਹੀ ਹੈ ਉਸ 'ਤੇ ਸਾਨੂੰ ਮਨਸੂਈ ਗਰਭਦਾਨ ਜਿਹੜਾ ਪਸ਼ੂ ਨੂੰ ਕਰਵਾਉਣਾ ਚਾਹੀਦਾ। ਇਸ ਤੋਂ ਗਾਂ ਵੀ ਅਗਰ ਸਾਡਾ ਪਸ਼ੂ 90 ਦਿਨ ਤੱਕ ਵੀ ਹੇਹੇ 'ਚ ਜਾਂ ਹੀਟ 'ਚ ਨਹੀਂ ਆ ਰਿਹਾ
ਤੇ ਉਸ ਦੌਰਾਨ ਸਾਨੂੰ ਕਿਸੇ ਕੁਆਲੀਫਾਈਡ ਡਾਕਟਰ ਨਾਲ ਸਲਾਹ ਲੈ ਕੇ ਉਸ ਦਾ ਟ੍ਰੀਟਮੈਂਟ ਕਰਨਾ ਚਾਹੀਦਾ ਹੈ, ਤਾਂ ਕਿ ਜਿਹੜਾ ਆਪਾਂ ਇੱਕ ਪੀਰੀਅਡ ਸਮਝਦੇ ਹਾਂ ਕਿ 60 ਤੋਂ 100 ਦਿਨ ਦੇ ਵਿੱਚ ਜਿਹੜਾ ਪਸ਼ੂ ਹੈ ਉਹ ਦੁਬਾਰਾ ਜਿਹੜਾ ਗੱਭਣ ਹੋ ਜਾਣਾ ਚਾਹੀਦਾ। ਓਂਕਾਰ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਇਸ ਸਵਾਲ ਦੇ ਲਈ। ਤੇ ਇੱਥੇ ਵੇਲੇ ਇੱਕ ਹੋਰ ਛੋਟੇ ਜਿਹੇ ਬ੍ਰੇਕ ਦਾ ਹੈ। ਬ੍ਰੇਕ ਤੋਂ ਬਾਅਦ ਇੱਕ ਅਗਾਂਹਵਧੂ ਪਸ਼ੂ ਪਾਲਕ ਨਾਲ ਕਰਾਵਾਂਗੇ ਤੁਹਾਡੀ ਮੁਲਾਕਾਤ। ਤੁਸੀਂ ਵੇਖਦੇ ਰਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਤੁਸੀਂ ਵੇਖ ਰਹੇ ਹੋ ਅਸੀਸ ਡੇਅਰੀ ਫਾਰਮ ਹੈਲਪਲਾਈਨ। ਤੇ ਅਗਾਂਹਵਧੂ ਪਸ਼ੂ ਪਾਲਕ ਕੌਣ ਹੁੰਦਾ ਹੈ? ਉਹ ਹੁੰਦਾ ਹੈ ਜੋ ਆਪਣੀ ਅਗਾਂਹਵਧੂ ਸੋਚ ਦੇ ਨਾਲ ਆਪ ਵੀ ਮੁਨਾਫਾ ਕਮਾਉਂਦਾ ਹੈ ਤੇ ਬਾਕੀਆਂ ਨੂੰ ਵੀ ਮੁਨਾਫਾ ਕਮਾਉਣ ਲਈ ਸੇਧ ਦਿੰਦਾ ਹੈ। ਤੇ ਅਜਿਹੇ ਇੱਕ ਪਸ਼ੂ ਪਾਲਕ ਨਾਲ ਕਰਾਉਣੇ ਹਾਂ ਤੁਹਾਡੀ ਮੁਲਾਕਾਤ। ਲਗਾਤਾਰ ਘਾਟਿਆਂ ਸਦਕਾ ਭਾਵੇਂ ਕਿਸਾਨਾਂ ਵੱਲੋਂ ਬਦਲਵੀਂ ਹਲ ਛੱਡ ਸਿਰਫ ਤੇ ਸਿਰਫ ਖੇਤੀ ਤੇ ਹੀ ਟੇਕ ਲਾਈ ਹੋਈ ਹੈ, ਪਰੰਤੂ ਕੁਝ ਕਿਸਾਨ ਅਜਿਹੇ ਵੀ ਨੇ ਜੋ ਡੇਅਰੀ ਫਾਰਮਿੰਗ ਦੇ ਸਹਾਇਕ ਧੰਦੇ ਜ਼ਰੀਏ ਆਪਣੀ ਜ਼ਿੰਦਗੀ ਬਦਲ ਰਹੇ ਨੇ ਤੇ ਹੋਰਾਂ ਲਈ ਵੀ ਮਿਸਾਲ ਬਣੇ। ਉਹਨਾਂ ਵਿੱਚੋਂ ਹੀ ਇੱਕ ਕਿਸਾਨ ਨੇ ਫਿਰੋਜ਼ਪੁਰ ਦੇ ਪਿੰਡ ਸਦਰੂ ਸ਼ਾਹ ਦੇ ਮੇਜਰ ਸਿੰਘ, ਜਿਨ੍ਹਾਂ ਨੇ ਇਲਾਕੇ ਵਿੱਚ ਡੇਅਰੀ ਫਾਰਮਿੰਗ ਜ਼ਰੀਏ ਹੀ ਆਪਣੀ ਵੱਖਰੀ ਪਛਾਣ ਬਣਾਈ ਹੈ। ਮੈਂ 2010 ਦੇ ਵਿੱਚ ਡੇਅਰੀ ਫਾਰਮ ਦਾ ਕੰਮ ਕੀਤਾ ਸੀ, ਜਿੰਦੇ ਵਿੱਚੋਂ 10 ਕੁ ਪਸ਼ੂ ਮੈਂ ਲਿਆਂਦੇ ਸੀ ਮੁੱਲ ਜੀ। ਉਸ ਤੋਂ ਬਾਅਦ ਫਿਰ ਚੰਗੀ ਬਰੀਡ ਬਣਾਉਣ ਕਰਕੇ PDF ਦਾ ਸੀਮਨ ਲਾ ਕੇ ਅੱਜ ਜਿਹੜੇ ਅਸੀਂ ਸਾਰੇ ਪਸ਼ੂ 80 ਪਸ਼ੂ ਨੇ ਸਾਡੇ ਕੋਲ, ਉਹ ਤਿਆਰ ਹੈ। ਜਿਹੜਾ ਧੰਦਾ ਹੈ ਇਹ ਹੌਲੀ ਹੌਲੀ ਜਿਹੜਾ ਕਾਮਯਾਬੀ ਆਉਂਦਾ, ਯਕਦਮ ਇਹਦੇ ਵਿੱਚ ਕੁਝ ਨਹੀਂ ਮੰਨ ਲਓ ਵੀ ਹੋ ਸਕਦਾ। ਸਟੈਪ ਬਾਈ ਸਟੈਪ ਤੁਰਦੇ ਹਾਂ ਤੇ ਆਪਾਂ ਨੂੰ ਇਸ ਕਾਮਯਾਬੀ ਮਿਲਦੀ ਹੈ ਜੀ। ਇਸ ਟਾਈਮ ਮੇਰੇ ਕੋਲ ਜਿਹੜਾ ਟੋਟਲ ਜਿਹੜੀਆਂ ਗਾਵਾਂ ਨੇ ਉਹ 42 ਮਿਲਕਿੰਗ ਤੇ ਚੱਲ ਰਹੀਆਂ, 1400 ਲੀਟਰ ਦੁੱਧ ਆ ਜੀ। ਜਿਹੜੀਆਂ 50 ਪਲੱਸ ਵੀ ਵਿੱਚ ਗਾਵਾਂ ਨੇ, ਕੁਝ 55 ਵੀ ਹੈਗੀਆਂ ਜਿਹੜੀਆਂ ਪਹਿਲਣਾ ਵੈੜਾ ਜਿਨ੍ਹਾਂ ਨੂੰ, ਉਹ ਵੀ 40 ਪਲੱਸ ਚੱਲ ਰਹੀਆਂ ਜੀ। ਤੇ ਬਹੁਤ ਵਧੀਆ ਇਸ ਟਾਈਮ ਕੋਈ ਮਤਲਬ ਦਿੱਕਤ ਨਹੀਂ ਹੈਗੀ ਜੀ। ਕਿਸਾਨ ਮੇਜਰ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਡੇਅਰੀ ਫਾਰਮਿੰਗ ਦਾ ਧੰਦਾ ਜਦੋਂ ਸ਼ੁਰੂ ਕੀਤਾ ਸੀ ਤਾਂ ਉਸ ਵੇਲੇ ਤਾਂ ਬਹੁਤ ਮੁਸ਼ਕਲਾਂ ਆਈਆਂ, ਪਰ ਹੌਲੀ-ਹੌਲੀ ਉਹ ਸਾਰੀਆਂ ਮੁਸ਼ਕਲਾਂ ਨੂੰ ਪਛਾੜਦੇ ਹੋਏ ਇਸ ਮੁਕਾਮ ਤੇ ਪਹੁੰਚੇ ਨੇ। ਮੇਜਰ ਸਿੰਘ ਨੂੰ ਕਈ ਸਨਮਾਨ ਵੀ ਹਾਸਲ ਹੋ ਚੁੱਕੇ ਨੇ ਤੇ ਉਹ ਲਗਾਤਾਰ ਕਿਸਾਨਾਂ ਨੂੰ ਡੇਅਰੀ ਫਾਰਮਿੰਗ ਲਈ ਪ੍ਰੇਰਿਤ ਕਰਦੇ ਰਹਿੰਦੇ ਨੇ। ਸਾਨੂੰ ਥੋੜ੍ਹੀਆਂ ਜਿਹੀਆਂ ਮੁਸ਼ਕਲਾਂ ਦਾ ਜਿਹੜਾ ਉਹ ਆਉਣਾ HF 'ਚ ਜਿਵੇਂ ਆਉਂਦੀਆਂ ਜੀ, ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਵੀ HF 'ਚ ਮੁਸ਼ਕਲਾਂ ਆਉਂਦੀਆਂ ਕਾਫੀ। ਗਾਵਾਂ ਦੀ ਪੀਕ ਆ ਉਹ ਪ੍ਰੋਪਰ ਨਹੀਂ ਸੀ ਆਉਂਦੀ ਜੀ, ਪ੍ਰੋਪਰ ਦੁੱਧ ਘੱਟ ਰਹਿੰਦਾ ਸੀ, ਪ੍ਰੋਪਰ ਪੀਕ ਨਹੀਂ ਫੜਦੀਆਂ। ਫਿਰ ਅਸੀਂ ਇੱਕ ਸੀਸ ਦੀ ਟੀਮ ਨਾਲ ਸੰਪਰਕ ਕੀਤਾ ਤੇ ਉਹਨਾਂ ਨੂੰ ਅਸੀਂ ਫਾਰਮ ਤੇ ਬੁਲਾਇਆ। ਉਹਨਾਂ ਸਾਨੂੰ ਦੱਸਿਆ ਵੀ ਤੁਹਾਡੀ ਜਿਹੜੀ ਰਾਸ਼ਨਿੰਗ ਆ ਉਹ ਬੈਲੈਂਸ ਨਹੀਂ ਹੈਗੀ। ਉਹਨਾਂ ਬਾਅਦ ਸਾਨੂੰ ਚੰਗੀ ਫੀਡ ਇੱਕ ਤੇ ਚੰਗਾ ਇੱਕ ਸਾਈਲੇਜ ਦੀ TMR ਕਰਕੇ ਚੰਗਾ ਬੈਲੈਂਸ ਕਰਕੇ ਰਾਸ਼ਨ ਸਾਨੂੰ ਦਿੱਤਾ। ਜੇ ਅਸੀਂ ਉਹ ਪਾਇਆ ਤਾਂ ਸਾਨੂੰ ਰਿਜ਼ਲਟ ਜਿਹੜੇ ਆ ਉਹ ਬਹੁਤ ਵਧੀਆ ਆਏ। ਖੈਰ, ਜਿਸ ਤਰ੍ਹਾਂ ਦੇ ਨਾਲ ਕਿਸਾਨ ਮੇਜਰ ਸਿੰਘ ਨੇ ਆਪਣੀ ਜ਼ਿੰਦਗੀ ਦੇ ਵਿੱਚ ਬਦਲਾਵ ਲਿਆਉਂਦਾ ਹੈ, ਉਸੇ ਤਰ੍ਹਾਂ ਦੇ ਨਾਲ ਉਹ ਬਾਕੀਆਂ ਲਈ ਵੀ ਪ੍ਰੇਰਨਾ ਸਰੋਤ ਬਣੇ ਨੇ। ਉਮੀਦ ਹੈ ਕਿ ਬਾਕੀ ਕਿਸਾਨ ਵੀ ਮੇਜਰ ਸਿੰਘ ਤੋਂ ਪ੍ਰੇਰਨਾ ਲੈ ਕੇ ਡੇਅਰੀ ਫਾਰਮਿੰਗ ਵਰਗੇ ਸਹਾਇਕ ਧੰਦਿਆਂ ਨੂੰ ਅਪਣਾਉਣਗੇ ਤੇ ਆਪਣੀ ਜ਼ਿੰਦਗੀ 'ਚ ਬਦਲਾਅ ਲਿਆਉਣਗੇ। ਸਰਬਜੀਤ ਸਿੰਘ, PTC ਨਿਊਜ਼, ਫਿਰੋਜ਼ਪੁਰ। ਬਈ ਤੁਹਾਡੇ ਅਗਾਂਹਵਧੂ ਸੋਚ ਨੂੰ ਤਾਂ ਸਾਡਾ ਹਰ ਵੇਲੇ ਸਲਾਮ ਹੈ। ਤੇ ਅੱਜ ਦਾ ਵਿਸ਼ਾ ਸੀ ਵੱਧ ਤੋਂ ਵੱਧ ਦੁੱਧ ਲੈਣਾ ਇੱਕ ਚੁਣੌਤੀ। ਤੇ ਇਸ ਨਾਲ ਜੁੜੇ ਜਿਹੜੇ ਮੁੱਖ ਪੁਆਇੰਟਸ ਨੇ ਉਸ ਉੱਤੇ ਮੁੜ ਤੋਂ ਝਾਤ ਪਾਉਂਦੇ ਹਾਂ। ਅੱਜ ਦੇ ਅਸੀਸ ਡੇਅਰੀ ਫਾਰਮ ਹੈਲਪਲਾਈਨ ਪ੍ਰੋਗਰਾਮ ਵਿੱਚ ਇੰਨਾ ਹੀ। ਡਾਕਟਰ ਸਾਹਿਬ, ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਜੀ। ਤੇ ਅਗਲੇ ਹਫਤੇ ਦਾ ਸਾਡਾ ਵਿਸ਼ਾ ਹੈ ਪਸ਼ੂਆਂ ਵਿੱਚ ਥਨੇਲਾ ਰੋਗ ਤੇ ਲੰਗੜਾਪਨ। ਇਸ ਮੁਤਲਕ ਜੋ ਵੀ ਤੁਹਾਡੇ ਸਵਾਲ ਨੇ, ਇਹ ਜੋ ਨੰਬਰ ਤੁਹਾਡੀ ਸਕਰੀਨ ਤੇ ਆ ਰਿਹਾ ਹੈ, ਜੋ ਕਿ ਹੈ 8699037369, ਇਸ ਉੱਤੇ ਮਿਸਡ ਕਾਲ ਕਰਨੀ ਜਾਂ WhatsApp ਕਰਨਾ ਨਾ ਭੁੱਲਿਓ। ਸਾਡੀ ਟੀਮ ਤੁਹਾਡੇ ਨਾਲ ਸੰਪਰਕ ਕਰੇਗੀ ਅਤੇ ਇਸ ਵਿਸ਼ੇ ਮੁਤਲਕ ਤੁਹਾਡੇ ਸਵਾਲ ਜਾਣੇਗੀ।
अगले हफ्ते भी वेखना ना भुल्यो असीस डेयरी फार्म हैल्पलाइन पावर्ड बाय KSA स्ट्रॉ रीपर, अ प्रोडक्ट ऑफ KS ग्रुप मलेरकोटला। दियो इजाजत, रब रखा।